ਬਾਬਾ ਈਸਰ ਸਿੰਘ ਜੀ ਦੀ ਸਰਬਗਤਾ। ਬਾਬਾ ਈਸਰ ਸਿੰਘ ਜੀ 7ਵੀਂ ਭੂਮਿਕਾ ਵਿੱਚ ਵਿਚਰਨ ਵਾਲੇ ਪੂਰਨ ਤੱਤ ਬੇਤੇ ਮਹਾਨ ਪਰਉਪਕਾਰੀ ਤੇ ਪੂਰਨ ਤੌਰ ਤੇ ਸਰਬ ਸ਼ਕਤੀਮਾਨ ਪਰਮੇਸ਼ਰ ਵਿੱਚ ਲਵਲੀਨ ਮਹਾਤਮਾ ਹੋਏ ਹਨ। ਜੋ ਬਚਨ ਸੁੱਤੇ ਹੀ ਕਹਿ ਦਿੰਦੇ ਸੋ ਸੱਚੇ ਹੋ ਜਾਂਦੇ। ਚੌਥੀ ਭੂਮਿਕਾ ਵਿੱਚ ਗਿਆਨ ਹੋ ਜਾਂਦਾ ਹੈ, ਪਰ ਰਾਗ ਦਵੈਸ ਤੇ ਮਿੱਤਰ ਸ਼ਤਰੂ ਬਣੇ ਰਹਿੰਦੇ ਹਨ। ਛੇਵੀਂ ਭੂਮਿਕਾ ਸਮਾਧੀ ਵਿੱਚ ਆਪ ਨਹੀਂ ਉਥਾਨ ਹੁੰਦਾ, ਦੂਜੇ ਦਾ ਜਗਾਇਆ ਜਾਗਦਾ ਹੈ। ਜਾਂ ਪਰਾਬਧ ਜਿਸ ਦੇ ਆਸਰੇ ਸੀਰ ਖੜਾ ਹੁੰਦਾ ਹੈ, ਉਹ ਫੁਰਨਾ ਪੈਦਾ ਕਰਦੀ ਹੈ। ਸੱਤਵੀਂ ਭੂਮਿਕਾ ਵਿੱਚ ਨਾ ਆਪ ਜਾਗਦਾ ਹੈ, ਨਾ ਕਿਸੇ ਦਾ ਜਗਾਇਆ ਜਾਗਦਾ ਹੈ। ਇਸ ਭੂਮਿਕਾ ਵਿੱਚ ਖਾਣ ਪੀਣ ਦੀ ਕਿਰਿਆ ਬੰਦ ਹੋ ਜਾਂਦੀ ਹੈ। ਬਾਬਾ ਜੀ ਆਪਣੇ ਆਪ ਹੀ ਕਿਸੇ ਦੇ ਘਰੇ ਚਲੇ ਜਾਂਦੇ, ਜੋ ਜੀ ਚਾਹੇ ਵਸਤੂ ਮੰਗ ਲੈਂਦੇ। ਸਾਰੇ ਲੋਕ ਭੈ ਕਰਦੇ ਸਨ। ਇੱਕ ਵਾਰੀ ਬੀਬੀ ਊਧਮ ਕੌਰ ਦੇ ਕੋਲ ਜਾ ਕੇ ਬਚਨ ਕੀਤਾ ਕਿ ਤੇਰੇ 2 ਪੁੱਤਰ ਹੋਏ ਹਨ, ਸਵਾ ਰੁਪਈਆ ਦੋਵਾਂ ਦੇ 2.5 ਰੁਪਏ ਭੇਟਾ ਕਰ। ਪਰ ਉਸਨੇ ₹1.25 ਹੀ ਭੇਟਾ ਕੀਤਾ ਤਾਂ ਬਾਬਾ ਜੀ ਨੇ ਕਿਹਾ ਕਿ ਚੰਗਾ, ਇੱਕ ਦਾ ₹1.25 ਭੇਟਾ ਕੀਤਾ ਹੈ, ਇੱਕ ਹੀ ਰਹੇਗਾ। ਇਸੇ ਤਰ੍ਹਾਂ ਹੀ ਹੋਇਆ। ਇੱਕ ਜਿਉਂਦਾ ਹੈ ਜਿਹਦਾ ਨਾਮ ਭਜਨ ਸਿੰਘ ਰੱਖਿਆ, ਬੜਾ ਗੁਰਮੁਖ ਪਿਆਰਾ ਹੈ। ਸਾਰਾ ਪਰਿਵਾਰ ਹੀ ਨਾਨਕ ਨਾਮ ਲੇਵਾ ਹੈ, ਗੁਰੂ ਘਰ ਦੀ ਸੇਵਾ ਸ਼ਰਧਾ ਸਹਿਤ ਕਰਦਾ ਹੈ। ਇਸ ਤਰ੍ਹਾਂ ਸੰਤ ਮਹਾਰਾਜ ਸ੍ਰੀਮਾਨ ਬਾਬਾ ਈਸਰ ਸਿੰਘ ਜੀ ਵਾਕ ਸਿੱਧੀ ਤੇ ਸਰਬਗਤਾ ਦਾ ਜਸ ਪੂਰੇ ਇਲਾਕੇ ਵਿੱਚ ਫੈਲ ਗਿਆ। ਆਪ ਜੀ ਦੀ ਸੋਚ ਸਦਕਾ ਹੀ ਅੱਜ ਡੇਰਾ ਸੰਤਗੜ੍ਹ ਹਰਖੋਵਾਲ ਦੀ ਸੁੰਦਰ ਇਮਾਰਤ ਤੇ ਗੁਰੂ ਘਰ ਦਾ ਹੋਰ ਪ੍ਰਤਾਪ ਵਧਿਆ, ਕਿਉਂਕਿ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਤਾਂ ਇਮਾਰਤਾਂ ਆਦਿਕ ਬਣਾ ਕੇ ਡੇਰੇ ਬਣਾਉਣ ਵਿੱਚ ਰਾਜੀ ਨਹੀਂ ਸਨ। ਆਪ ਇਕਾਂਤ ਤੇ ਉਪਰਾਮਤਾਂ ਦੇ ਸੁਭਾਅ ਵਾਲੇ ਸਨ, ਪਰ ਬਾਬਾ ਈਸਰ ਸਿੰਘ ਜੀ ਦਾ ਬਚਨ ਅਟੱਲ ਸੀ। ਸੰਤਾਂ ਨੂੰ ਪ੍ਰਗਟ ਹੀ ਸਹੀ ਅਰਥਾਂ ਵਿੱਚ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਕੀਤਾ। ਅੱਜ ਵੀ ਸੰਗਤਾਂ ਆਪ ਜੀ ਦੇ ਮਹਾਨ ਪਰਉਪਕਾਰ ਨੂੰ ਯਾਦ ਕਰਕੇ ਸ਼ਰਧਾ ਨਾਲ ਸਿਰ ਝੁਕਾਉਂਦੀਆਂ ਹਨ। ਗਰੀਬ ਨਵਾਜ ਬਿਰਧ ਦੀ ਸੰਭਾਲ। ਬੀਬੀ ਦੀ ਪੰਡੋਰੀ ਦੇ ਪ੍ਰੇਮੀ ਸਰਦਾਰ ਗੰਡਾ ਸਿੰਘ ਜੀ, ਜੋ ਸ਼ੇਰੇ ਪੰਜਾਬ ਦੇ ਸਮੇਂ 4 ਪਿੰਡਾਂ ਦੇ ਕਰਮਚਾਰੀ ਸਨ, ਹਰਖੋਵਾਲ, ਢੱਕੋਵਾਲ, ਮੁਣਾਈਆਂ ਤੇ ਬੀਬੀ ਦੀ ਪੰਡੋਰੀ, ਇਹਨਾਂ ਪਿੰਡਾਂ ਦਾ ਮਾਮਲਾ ਉਗਰਾਉਂਦੇ ਸਨ। ਇਹਨਾਂ ਨੂੰ ਮਿੰਟ ਗੁਮਰੀ ਦੇ ਜ਼ਿਲ੍ਹੇ ਵਿੱਚ ਮੁਰੱਬੇ ਮਿਲੇ ਸਨ, ਜਿਨ੍ਹਾਂ ਦੀ ਕਾਸਤ ਇਹਨਾਂ ਨੂੰ ਮਿਲਦੀ ਸੀ। ਇਹਨਾਂ ਦੀ ਸੰਤਾਨ ਵਿੱਚੋਂ ਗੁਰਦਿਆਲ ਸਿੰਘ ਤੇ ਦਲੀਪ ਸਿੰਘ, ਜੋ ਅੱਜ ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਗਲਾਣੇ ਬੈਠੇ ਹਨ। ਦੋਹਾਂ ਭਰਾਵਾਂ ਦੀ ਸੰਤ ਮਹਾਰਾਜ ਉੱਪਰ ਅਟੁੱਟ ਸ਼ਰਧਾ ਹੈ। ਜਦੋਂ ਬਾਰ ਚੱਕ ਨਾਠ ਵਿੱਚ ਰਹਿੰਦੇ ਸਨ ਤੇ ਬੜੀ ਮਿਹਨਤ ਕਰਕੇ ਜ਼ਮੀਨ ਆਬਾਦ ਕੀਤੀ, ਚੰਗੀ ਫਸਲ ਹੋਣ ਲੱਗ ਪਈ। ਇੱਥੋਂ ਦੇ ਮੁਸਲਮਾਨ ਹੱਥੀਂ ਕੰਮ ਘੱਟ ਕਰਦੇ ਸਨ। ਜਦ ਇਹਨਾਂ ਦੀ ਮਿਹਨਤ ਨਾਲ ਫਸਲਾਂ ਜ਼ਿਆਦਾ ਹੋਈਆਂ ਤਾਂ ਮੁਸਲੇ ਖਾਰ ਖਾਣ ਲੱਗ ਪਏ। ਰਾਤ ਬਰਾਤੇ ਇਹਨਾਂ ਦੇ ਸਮਾਨ ਦੀ ਚੋਰੀ ਕਰਨ ਲੱਗੇ ਕਿ ਸਿੱਖ ਡਰਦੇ ਭੱਜ ਜਾਣਗੇ ਤੇ ਅਸੀਂ ਮਾਲਕ ਬਣ ਜਾਵਾਂਗੇ। ਇੱਕ ਦਿਨ ਚੋਰੀ ਨਰਮਾ ਚੁੱਕਣ ਲੱਗਿਆਂ ਦੇ ਨਾਲ ਮੁਸਲਮਾਨ ਖਹਿ ਪਏ। ਸਿੱਖ ਵੀ ਕਿਹੜੇ ਡਰਨ ਜਾਂ ਝੁਕਣ ਵਾਲੇ ਸਨ। ਦੋਹੀਂ ਪਾਸੀ ਲੜਾਈ ਸ਼ੁਰੂ ਹੋ ਗਈ। ਇਹਨਾਂ ਦੀ ਲਹੂ ਪਾਣੀ ਇੱਕ ਕਰਕੇ ਬੀਜੀ ਫਸਲ ਨਰਮੇ ਨੂੰ ਚੋਰੀ ਮੁਸਲੇ ਚੁਗਦੇ ਸਨ। ਉਦੋਂ ਸਰਦਾਰ ਦਲੀਪ ਸਿੰਘ ਤੇ ਗੁਰਦਿਆਲ ਸਿੰਘ ਨੇ ਚੋਰੀ ਕਰਦੇ ਮੁਸਲਿਆਂ ਨੂੰ ਵੰਗਾਰਿਆ। ਦੁਪਾਸੀ ਲੜਾਈ ਵਿੱਚ ਇੱਕ ਮੁਸਲਾ ਮਾਰਿਆ ਗਿਆ। ਥਾਣੇਦਾਰ ਵੀ ਮੁਸਲਮਾਨ ਸੀ। ਉਸ ਨੇ ਪਕੜ ਕੇ ਗੁਰਦਿਆਲ ਸਿੰਘ ਨੂੰ ਲਾਹੌਰ ਲਿਜਾ ਕੇ ਮੁਕੱਦਮਾ 302 ਦਾ ਦਰਜ ਕਰ ਦਿੱਤਾ। ਅੱਗੇ ਫਿਰ ਹਾਈ ਕੋਰਟ ਮੁਕੱਦਮਾ ਚੱਲਿਆ। ਅੱਗੇ ਜੱਜ ਵੀ ਤਵਸਬੀ ਮੁਸਲਮਾਨ ਸੀ। ਉਸ ਨੇ 1-2 ਤਰੀਖਾਂ ਪਰ ਹੀ ਫਾਂਸੀ ਦੀ ਸਜ਼ਾ ਦਿੱਤੀ। ਇਹਨਾਂ ਨੇ ਅਪੀਲ ਕੀਤੀ, ਉਹ ਵੀ ਖਾਰਜ ਹੋ ਗਈ। ਫਾਂਸੀ ਦੇ ਕੁਝ ਦਿਨ ਹੀ ਰਹਿ ਗਏ ਸਨ ਤਾਂ ਫੇਰ ਸਾਕਤ ਮੂੜ ਅਚੇਤ ਨਾ ਚੇਤੇ, ਦੁੱਖ ਲੱਗ ਗਿਆ ਤਾਂ ਰਾਮ ਪੁਕਾਰਾ ਹੈ ਦੇ ਅਨੁਸਾਰ ਫੇਰ ਦਲੀਪ ਸਿੰਘ ਨੇ ਸੰਤ ਮਹਾਰਾਜ ਜੀ ਦੀ ਓਟ ਤੱਕੀ। ਇੱਥੇ ਸੰਤਗੜ੍ਹ ਡੇਰੇ ਪੰਜਾਬ ਵਿੱਚ ਆ ਕੇ ਸੰਤਾਂ ਨੂੰ ਸਾਰੀ ਵਾਰਤਾ ਦੱਸੀ। ਮਹਾਂਪੁਰਖਾਂ ਨੇ ਕੰਡ ਪਾਠ ਕਰਾਉਣ ਵਾਸਤੇ ਕਿਹਾ ਤੇ ਨਾਲੇ ਬਾਬਾ ਈਸਰ ਸਿੰਘ ਦੇ ਕੋਲ ਭੇਜ ਦਿੱਤਾ।
ਫੇਰ ਦਲੀਪ ਸਿੰਘ ਬਾਬਾ ਈਸਰ ਸਿੰਘ ਜੀ ਪਾਸ ਜਾ ਕੇ ਰੋਇਆ। ਚਰਨ ਪਕੜ ਲਏ ਤਾਂ ਦਿਆਲਤਾ ਦੇ ਘਰ ਵਿੱਚ ਆ ਕੇ ਬਾਬਾ ਜੀ ਬੋਲੇ, ਜੋ ਰੱਬ ਜੀ ਨੇ ਕਿਹਾ ਉਹ ਠੀਕ ਹੈ, ਪਾਠ ਕਰਾਓ, ਗੁਰੂ ਭਲੀ ਕਰੇਗਾ। ਭੋਗ ਤੇ ਸਾਫ਼ ਬਰੀ ਹੋ ਕੇ ਆ ਜਾਵੇਗਾ, ਆ ਕੇ ਸੰਗਤ ਦੇ ਝੂਠੇ ਬਰਤਨ ਮਾਂਜੇਗਾ। ਸਰਦਾਰ ਦਲੀਪ ਸਿੰਘ ਖੁਸ਼ ਹੋ ਗਿਆ, ਮੱਥਾ ਟੇਕਿਆ, ਗੁਰਦਿਆਲ ਸਿੰਘ ਦੀ ਰਿਹਾਈ ਦੀ ਅਰਦਾਸ ਕਰਕੇ ਵਿਧੀ ਪੂਰਵਕ ਸ੍ਰੀ ਅਖੰਡ ਪਾਠ ਆਰੰਭ ਕਰਵਾ ਦਿੱਤਾ। ਪਾਠੀ ਸਿੰਘ ਵੀ ਪੂਰਨ ਤਿਆਰ-ਬਰ ਤਿਆਰ ਤੇ ਅੰਮ੍ਰਿਤਧਾਰੀ ਸਨ। ਹਰੇਕ ਰੌਲ ਤੇ ਕੇਸ਼ੀ ਇਸ਼ਨਾਨ ਕਰਕੇ ਬਸਤਰ ਬਦਲ ਕੇ ਬੈਠਣ। 5 ਸ੍ਰੀ ਅਖੰਡ ਪਾਠੀ, 5 ਜਪਜੀ ਸਾਹਿਬ ਤੇ 5 ਪਹਿਰੇਦਾਰ ਜੋ ਮੂਲ ਮੰਤਰ ਦੀ ਮਾਲਾ ਫੇਰਦੇ ਪਹਿਰਾ ਦਿੰਦੇ। ਪੂਰਨ ਸਮੱਗਰੀ ਧੂਪ ਦੀਪ ਜੋ ਕੁੰਭ ਨਾਰੀਅਲ ਆਦਿਕ ਰੱਖੇ ਗਏ। ਪਾਠੀ ਸਿੰਘ ਪੁੰਜੇ ਜ਼ਮੀਨ ਤੇ ਸੌਣ, ਸਾਦਾ ਭੋਜਨ ਛਕਣ, ਬ੍ਰਹਮਚਾਰ ਵਿੱਚ ਪੱਕੇ ਰਹਿਣ ਆਦਿਕ ਮਰਿਆਦਾ ਸਹਿਤ ਸ਼ਾਂਤੀ ਤੇ ਸਹਿਜ ਨਾਲ ਨਿਰਵਿਘਨਤਾ ਸਹਿਤ ਸ੍ਰੀ ਅਖੰਡ ਪਾਠ ਸੰਪੂਰਨ ਹੋਇਆ, ਜਿਸ ਦਾ ਭੋਗ 25 ਅਕਤੂਬਰ 1929 ਨੂੰ ਪਿਆ। 3 ਦਿਨ ਖੁੱਲ੍ਹਾ ਭੰਡਾਰਾ ਚੱਲਦਾ ਰਿਹਾ, ਪਰ ਗੁਰਦਿਆਲ ਸਿੰਘ ਨਾ ਆਇਆ। ਹਜ਼ੂਰ ਨੂੰ ਬੇਨਤੀ ਕੀਤੀ ਤਾਂ ਦਾਤੇ ਨੇ ਕਿਹਾ ਕਿ ਬਾਣੀ ਸਾਰੇ ਭੋਗ ਮੋਖ ਫਲਾਂ ਦੀ ਦਾਤੀ ਹੈ, ਇੱਕ ਪਾਠ ਤੁਸੀਂ ਹੋਰ ਰੱਖੋ। ਬਚਨ ਮੰਨ ਕੇ ਫਿਰ ਸ੍ਰੀ ਅਖੰਡ ਪਾਠ ਸਾਹਿਬ ਉਸੇ ਤਰ੍ਹਾਂ ਵਿਧੀ ਪੂਰਵਕ ਮਰਿਆਦਾ ਸਹਿਤ ਕੀਤਾ ਗਿਆ। ਜਦੋਂ ਤੀਸਰੇ ਦਿਨ ਸਮਾਪਤੀ ਦੀ ਅਰਦਾਸ ਹੋਈ ਤਾਂ ਸਰਦਾਰ ਗੁਰਦਿਆਲ ਸਿੰਘ ਨੇ ਆ ਕੇ ਨਮਸਕਾਰ ਕੀਤੀ। ਨੇਤਰਾਂ ਦੇ ਜਲ ਨਾਲ ਸੰਤ ਮਹਾਰਾਜ ਜੀ ਦੇ ਚਰਨ ਧੋ ਦਿੱਤੇ। ਦਰਗਾਹੀ ਬਸੀਠ ਨੇ ਲੇਟ ਹੋਣ ਦਾ ਕਾਰਨ ਪੁੱਛਿਆ ਤਾਂ ਗੁਰਦਿਆਲ ਸਿੰਘ ਬੋਲਿਆ, ਮਹਾਰਾਜ ਜੀ ਆਪ ਤਾਂ ਸਭ ਜਾਣਦੇ ਹੋ, ਫਿਰ ਵੀ ਸੰਗਤਾਂ ਦੇ ਭਾਰੀ ਇਕੱਠ ਨੂੰ ਸੁਣਾਉਣ ਲਈ ਬੇਨਤੀ ਕਰਦਾ ਹਾਂ ਕਿ 26/10/29 ਨੂੰ ਵਕੀਲਾਂ ਦੀ 2 ਘੰਟੇ ਬਹਿਸ ਹੋਈ। ਮੇਰੇ ਵਕੀਲ ਨੂੰ ਵੀ ਬਹਿਸ ਵਿੱਚ ਜੱਜ ਰਹੀਮ ਬਖਸ਼ ਨੇ ਦੱਬ ਲਿਆ। ਸਰਕਾਰੀ ਵਕੀਲ ਦੀਆਂ ਅਤੁੱਟ ਦਲੀਲਾਂ ਤਹਿਤ ਜਦ ਜੱਜ ਨੇ ਦੁਬਾਰਾ ਫਾਂਸੀ ਲਿਖਣ ਵਾਸਤੇ ਕਲਮ ਚੁੱਕੀ ਤਾਂ ਇੱਕਦਮ ਕਚਹਿਰੀ ਦੇ ਕਮਰੇ ਵਿੱਚ ਪ੍ਰਕਾਸ਼ ਹੋ ਗਿਆ। ਆਪ ਜੀ ਦੇ ਦਰਸ਼ਨ ਤੇ ਪ੍ਰਕਾਸ਼ ਕੇਵਲ ਮੈਨੂੰ ਹੀ ਦਿਸਦਾ, ਹੋਰ ਕਿਸੇ ਨੂੰ ਨਹੀਂ। ਜੱਜ ਦੀ ਕਲਮ ਰੁਕ ਗਈ ਤੇ ਮੇਰੇ ਵੱਲ ਕੌੜੀ ਅੱਖ ਨਾਲ ਦੇਖ ਕੇ ਫਿਰ ਦਿਖਣ ਲੱਗਾ ਤਾਂ ਫਿਰ ਕਿਸੇ ਨੇ ਹੱਥ ਫੜ ਲਿਆ ਤੇ ਕਲਮ ਨਾ ਚੱਲੀ। ਤੀਜੀ ਵਾਰ ਜਦ ਫਾਂਸੀ ਅੱਖਰ ਲਿਖਣ ਲੱਗਾ ਤਾਂ ਬਦੋ-ਬਦੀ ਬਰੀ ਅੱਖਰ ਲਿਖ ਹੋ ਗਏ। ਜਦੋਂ ਇਸ ਨੇ ਸਿਰ ਉਠਾ ਕੇ ਅੱਖਰ ਪੜ੍ਹੇ ਤਾਂ ਬਹੁਤ ਹੈਰਾਨ ਹੋਇਆ। ਕਹਿਣ ਲੱਗਾ, ਗੁਰਦਿਆਲ ਸਿੰਘ ਤੁਮਾਰਾ ਮੁਰਸ਼ਿਦ ਕੌਣ ਹੈ? ਉਹ ਬੜਾ ਕਾਮਲ ਫਕੀਰ, ਖੁਦਾ ਦਾ ਰੂਪ ਹੈ। 3 ਵਾਰੀ ਮੇਰੀ ਕਲਮ ਰੋਕੀ। ਆ ਮੇਰੇ ਸੱਜੇ ਪਾਸੇ ਖੜੇ ਹੱਸਦੇ ਆ, ਉਹਨਾਂ ਦੇ ਮੈਨੂੰ ਵੀ ਦਰਸ਼ਨ ਕਰਵਾ। ਜੱਜ ਨੇ ਕੁਰਸੀ ਤੋਂ ਉੱਠ ਕੇ ਹੱਥ ਜੋੜ ਆਪ ਨੂੰ ਸਲਾਮ ਕੀਤੀ। ਜਦੋਂ ਆਪ ਅਲੋਪ ਹੋ ਗਏ ਤਾਂ ਉਸ ਸਮੇਂ ਕਚਹਿਰੀ ਵਾਲੇ ਹੋਰ ਮੁਲਾਜ਼ਮਾਂ ਤੇ ਵਕੀਲਾਂ ਨੂੰ ਜੱਜ ਨੇ ਇਹ ਸਾਰੀ ਵਾਰਤਾ ਦੱਸੀ। ਅਚਰਜ ਕੌਤਕ ਸੁਣ ਕੇ ਸਭਨਾਂ ਦੇ ਸਿਰ ਝੁਕ ਗਏ ਤਾਂ ਮੈਂ ਬਾਇਜ਼ਤ ਬਰੀ ਹੋ ਕੇ ਕਚਹਿਰੀ ਵਿੱਚੋਂ ਬਾਹਰ ਆ ਗਿਆ। ਇਸ ਵਾਰਤਾ ਨੂੰ ਸੁਣਾਉਣ ਉਪਰੰਤ ਉਸ ਨੇ ਸੰਤ ਮਹਾਰਾਜ ਨੂੰ ਬੇਨਤੀ ਕੀਤੀ ਕਿ ਹਜ਼ੂਰ ਉਸ ਨੂੰ ਭਾਵ ਜੱਜ ਨੂੰ ਕਦੋਂ ਦਰਸ਼ਨ ਬਖਸ਼ੋਗੇ। ਤਾਂ ਆਪ ਜੀ ਨੇ ਫਰਮਾਇਆ ਕਿ ਐਤਕੀ ਜੇਠ ਸੁਦੀ ਚੌਥ ਦੇ ਸ਼ਹੀਦੀ ਜੋੜ ਮੇਲੇ ਤੇ ਸੰਗਤ ਸਮੇਤ ਲਾਹੌਰ ਜਾਵਾਂਗੇ ਤਾਂ ਉਸ ਸਮੇਂ ਦਰਸ਼ਨ ਕਰ ਲਵੇ। ਸ਼ਹੀਦੀ ਜੋੜ ਮੇਲੇ ਤੇ ਆਪ ਜੀ ਲਾਹੌਰ ਗਏ ਤਾਂ ਉਸ ਸਮੇਂ ਬਾਰ ਤੋਂ ਸਰਦਾਰ ਗੁਰਦਿਆਲ ਸਿੰਘ ਆ ਗਿਆ ਤੇ ਹਜ਼ੂਰ ਪਾਸ ਬੇਨਤੀ ਕਰਕੇ ਜੱਜ ਦੀ ਕੋਠੀ ਵਿੱਚ ਜਾ ਕੇ ਦਰਸ਼ਨ ਕਰਵਾਏ। ਜੱਜ ਬੜਾ ਪ੍ਰਸੰਨ ਹੋਇਆ, ਚਰਨਾਂ ਤੇ ਨਮਸਕਾਰ ਕੀਤੀ ਤੇ ਅਸੀਸਾਂ ਲਈਆਂ ਤੇ ਕਿਹਾ ਕਿ ਇਹ ਤਾਂ ਉਹ ਹੀ ਖੁਦਾ ਦਾ ਸਰੂਪ ਨੂਰਾਨੀ ਚਿਹਰੇ ਵਾਲਾ ਪੀਰ ਹੈ ਜਿਸ ਨੇ ਮੇਰੀ ਕਲਮ ਰੋਕੀ ਸੀ। ਚਰਨੀ ਪੈ ਗਿਆ, ਉੱਠੇ ਹੀ ਨਾ ਆਖੇ ਕਿ ਮੈਨੂੰ ਅੱਲਾ ਪਾਕ ਦਾ ਉਪਦੇਸ਼ ਦੇ ਕੇ ਨਿਹਾਲ ਕਰੋ। ਤਾਂ ਮਹਾਰਾਜ ਜੀ ਨੇ ਆਸ਼ੀਰਵਾਦ ਦੇ ਕੇ ਫਰਮਾਇਆ ਕਿ ਸਰਦਾਰ ਗੁਰਦਿਆਲ ਸਿੰਘ ਜੀ, ਹੁਣ ਅਸੀਂ ਪੂਰਨ ਚੰਦ ਸਰਾਫ ਦੇ ਘਰੇ ਠਹਿਰਾਂਗੇ, ਤੁਸੀਂ ਕੱਲ ਇਹਨਾਂ ਨੂੰ ਉੱਥੇ ਲੈ ਆਉਣਾ। ਸੋ ਅਗਲੇ ਦਿਨ ਗੁਰਦਿਆਲ ਸਿੰਘ ਨੇ ਜੱਜ ਸਾਹਿਬ ਦੋਨੋਂ ਹੀ ਪੂਰਨ ਚੰਦ ਜੀ ਦੇ ਘਰੇ ਪਹੁੰਚੇ ਤਾਂ ਇੱਥੇ ਹਜ਼ੂਰ ਨੇ ਉਸ ਨੂੰ ਅੱਲਾ ਪਾਕ ਦਾ ਉਪਦੇਸ਼ ਦ੍ਰਿੜ ਕਰਵਾਇਆ। ਪਹਿਲਾ, 5 ਨਮਾਜ਼ਾਂ ਨਿਯਮ ਸਹਿਤ ਰੋਜ਼ ਪੜ੍ਹਨੀਆਂ ਹਨ। ਦੂਜਾ, ਅੱਲਾ ਪਾਕ ਦਾ ਨੂਰ ਕੁੱਲ ਆਲਮ ਵਿੱਚ ਦੇਖਣਾ ਹੈ। ਤੇ ਤੀਜਾ,
ਕੁਰਸੀ ਤੇ ਬੈਠ ਕੇ ਸਦਾ ਇਨਸਾਫ ਕਰਨਾ ਹੈ। ਇਹ ਬਚਨ ਸਰਵਣ ਕਰਕੇ ਉਸਨੇ ਕਿਹਾ ਕਿ ਮਹਾਰਾਜ ਜੀ, ਬਾਕੀ 2 ਬਚਨ ਤਾਂ ਸਮਝ ਗਏ, ਪਰ ਖੁਦਾ ਦੀਆਂ 5 ਨਵਾਜ਼ਾਂ ਬਾਰੇ ਵਿਸਥਾਰ ਸਹਿ ਦੱਸੋ। ਤਾਂ ਮਹਾਰਾਜ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਫਰਮਾਇਆ, ਪਹਿਲੀ ਨਮਾਜ਼ ਫਜਰ ਦੀ ਹੈ, ਜੋ ਸੂਰਜ ਨਿਕਲ ਤੋਂ ਪਹਿਲਾਂ ਪੌ ਫਟਾਲੇ ਤੱਕ ਪੜ੍ਹੀ ਜਾਂਦੀ ਹੈ। ਇਹ ਅੰਧੇਰੇ ਦੇ ਦੁੱਖ ਤੋਂ ਛੁੱਟ ਕੇ ਬਾਬੇ ਆਦਮ ਨੇ ਪੜ੍ਹੀ ਸੀ ਅਤੇ ਖੁਦਾ ਅੱਗੇ ਬੰਦਗੀ ਕੀਤੀ। ਦੂਜੀ ਨਮਾਜ਼ ਜੁਹਰ ਦੀ ਹੈ, ਜੋ ਦੁਪਹਿਰ ਹੋਣ ਤੋਂ 5 ਘੜੀਆਂ ਪਹਿਲਾਂ ਪੜ੍ਹੀ ਜਾਂਦੀ ਹੈ। ਅੱਗ ਵਿੱਚ ਪੈ ਕੇ ਅੱਗ ਠੰਡੀ ਹੋਈ ਜਾਣ ਕੇ ਇਬਰਾਹੀਮ ਖਲੀਲ ਨੇ ਪੜ੍ਹੀ ਸੀ। ਉਸ ਸਮੇਂ ਅਗਨੀ ਦੇ ਅੰਗਾਰ ਫੁੱਲ ਬਣ ਗਏ ਸਨ। ਤੀਜੀ ਨਮਾਜ਼ ਅਸਰ ਦੀ ਹੈ, ਜੋ 5 ਘੜੀ ਦਿਨ ਰਹਿਣ ਤੇ ਸੂਰਜ ਦੇ ਛਿਪਣ ਤੱਕ ਪੜ੍ਹੀ ਜਾਂਦੀ ਹੈ। ਇਹ ਮੱਛੀ ਦੇ ਪੇਟ ਤੋਂ ਬਾਹਰ ਆ ਕੇ ਯੂਨਸ ਨੇ ਪੜ੍ਹੀ ਸੀ। ਚੌਥੀ ਨਮਾਜ਼ ਮਗਰਬੀ ਹੈ, ਜੋ ਸੂਰਜ ਛਿਪਣ ਤੋਂ ਲੈ ਕੇ ਆਕਾਸ਼ ਵਿੱਚ ਲਾਲੀ ਰਹਿਣ ਤੱਕ ਪੜ੍ਹੀ ਜਾਂਦੀ ਹੈ। ਇਹ ਆਦਮੀਆਂ ਦੇ ਘੇਰੇ ਤੋਂ ਛੁੱਟ ਕੇ ਈਸਾ ਨੇ ਪੜ੍ਹੀ ਸੀ। ਪੰਜਵੀਂ ਨਮਾਜ਼ ਈਸ਼ਾ ਦੀ ਨਮਾਜ਼ ਹੈ, ਜੋ ਆਕਾਸ਼ ਦੀ ਲਾਲੀ ਜਾਣ ਤੋਂ ਬਾਅਦ 3 ਘੜੀ ਰਾਤ ਗਈ ਤੱਕ ਇਸ ਦਾ ਪੜ੍ਹਨ ਦਾ ਟਾਈਮ ਹੈ। ਬੱਦਲ ਬਿਜਲੀ ਦੇ ਡਰ ਤੋਂ ਛੁੱਟ ਕੇ ਮੂਸੇ ਨੇ ਪੜ੍ਹੀ ਸੀ। ਇਹ ਹਨ 5 ਨਮਾਜ਼ਾਂ ਤੇ ਇਹਨਾਂ ਦੇ ਟਾਈਮ। ਹਰ ਇੱਕ ਤਾਈਂ ਜੋ ਆਪਣੇ ਆਪ ਨੂੰ ਮੁਸਲਮਾਨ ਹੋਣ ਦਾ ਨਿਸ਼ਚਾ ਰੱਖਦਾ ਹੈ, ਇਹਨਾਂ ਦੇ ਪੜ੍ਹਨ ਦਾ ਅਧਿਕਾਰ ਹੈ। ਸੂਫੀ ਫਕੀਰ ਬਾਬਾ ਫਰੀਦ ਜੀ ਨੇ ਬੇਨਮਾਜ਼ੇ ਨੂੰ ਕੁੱਤਾ ਕਥਨ ਕੀਤਾ ਹੈ। ਫਰੀਦਾ ਬੇਨਮਾਜ਼ਾ ਕੁੱਤਿਆ, ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਆ, ਪੰਜੇ ਵਕਤ ਮਸੀਤ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਕਾਜੀ ਨੂੰ ਨਮਾਜ਼ਾਂ ਪੜ੍ਹਨ ਦੀ ਤਾਕੀਦ ਕਰਦਿਆਂ ਇਸ ਤਰ੍ਹਾਂ ਉਪਦੇਸ਼ ਦਿੱਤਾ ਹੈ। ਅਸਲੀ ਨਮਾਜ਼ਾਂ ਕੀ ਹਨ? ਇਹ ਉਪਦੇਸ਼ ਹੈ ਸਤਿਗੁਰੂ ਜੀ ਦਾ। 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕਹਿ, ਤਾਂ ਮੁਸਲਮਾਨ ਸਦਾਏ। ਪਹਿਲੀ ਨਮਾਜ਼ ਹੈ ਸੱਚ ਬੋਲਣਾ, ਇਸ ਨਾਲ ਸਾਰੇ ਪਾਪ ਮਿਟਦੇ ਹਨ। ਦੂਜੀ ਨਮਾਜ਼ ਹੈ ਹੱਕ ਹਲਾਲ ਦਾ ਖਾਣਾ, ਠੱਗੀ ਚੋਰੀ ਦਗਾ ਫਰੇਬ ਨਹੀਂ ਕਰਨਾ। ਇਸ ਹੱਕ ਦੀ ਕਿਰਤ ਵਿੱਚੋਂ ਦਾਨ ਕੀਤਿਆਂ ਪਾਪ ਦੂਰ ਹੁੰਦੇ ਹਨ। ਤੀਜੀ ਨਮਾਜ਼ ਹੈ ਖੁਦਾ ਦੇ ਨਿਮਿਤ ਗਰੀਬਾਂ ਨੂੰ ਖੈਰ ਪਾਉਣੀ, ਭਾਵ ਜਥਾ ਸ਼ਕਤ ਦਾਨ ਕਰਨਾ। ਇਹ ਵੀ ਵੱਡਾ ਪੁੰਨ ਹੈ। ਅਥਵਾ ਖੁਦਾ ਦੇ ਪਾਸੋਂ ਸਭਨਾਂ ਦੀ ਖੈਰ ਮੰਗਣੀ, ਹਰ ਇੱਕ ਦਾ ਭਲਾ ਚਾਹਣਾ। ਚੌਥੀ ਨਮਾਜ਼ ਹੈ ਮਨ ਦੀ ਨੀਅਤ ਬਿਰਤੀ ਰਾਸ ਸੱਚਾਈ ਵਾਲੀ ਹੋਣੀ, ਸੱਚ ਬੋਲਣਾ, ਸਤ ਪ੍ਰਤੱਗੀ ਹੋਣਾ, ਦਿਲ ਦੀ ਸਫਾਈ ਹੋਣੀ। ਜਿਵੇਂ ਸਾਫ਼ ਪਾਣੀ ਵਿੱਚ ਸੂਰਜ ਦਾ ਅਕਸ ਨਿਰਮਲ ਤੇ ਪੂਰਾ ਦਿਸਦਾ ਹੈ, ਇਸੇ ਤਰ੍ਹਾਂ ਸਾਫ਼ ਹਿਰਦੇ ਵਿੱਚ ਪਰਮੇਸ਼ਰ ਦੀ ਜੋਤ ਪ੍ਰਕਾਸ਼ਦੀ ਹੈ। ਸਾਫ਼ ਕੱਪੜੇ ਨੂੰ ਚੰਗਾ ਰੰਗ ਚੜ੍ਹਦਾ ਹੈ। ਪੰਜਵੀਂ ਨਮਾਜ਼ ਹੈ ਸਿਫਤੀ ਪਰਮੇਸ਼ਰ ਦੀ ਸੁਣਾਏ, ਭਾਵ ਪਰਮੇਸ਼ਰ ਦੀ ਪਹਿਚਾਣ ਕਰਨੀ, ਉਸ ਦੇ ਸਰੂਪ ਦਾ ਗਿਆਨ ਹੋਣਾ। ਭਗਤੀ ਰੂਪ ਅਤੇ ਨੇਕ ਕਰਨੀ ਨੂੰ ਕਰਨ ਦਾ ਕਲਮਾ ਪੜ੍ਹੇ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾ ਸਕਦਾ ਹੈ। ਤਥਾ ਮੁਸਲਮਾਨ ਮੋਮ ਦੇ ਲੋਭੈ, ਸਾਰਿਆਂ ਜੀਵਾਂ ਤੇ ਦਇਆ ਕਰੇ। ਇਸ ਤਰ੍ਹਾਂ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਕੌਮਾਂ ਨੂੰ ਇੱਕ ਨਜ਼ਰੀਏ ਨਾਲ ਦੇਖਣ ਦਾ ਪਾਵਨ ਉਪਦੇਸ਼ ਦੇ ਕੇ ਆਪ ਸੰਤਗੜ੍ਹ ਡੇਰੇ ਸੰਗਤ ਸਮੇਤ ਵਾਪਸ ਆ ਗਏ। ਸਰਦਾਰ ਗੁਰਦਿਆਲ ਸਿੰਘ ਜੀ ਵੀ ਸੰਤਾਂ ਤੋਂ ਆਗਿਆ ਤੇ ਪ੍ਰਸੰਨਤਾ ਲੈ ਕੇ ਖੁਸ਼ੀ ਆਪਣੇ ਘਰ-ਬਾਰ ਵਿੱਚ ਚਲੇ ਗਏ। ਇਹ ਹੈ ਹਜ਼ੂਰ ਦੀ ਪ੍ਰਤੱਖ ਕਿਰਪਾ, ਜੋ ਗੁਰਦਿਆਲ ਸਿੰਘ ਦੇ ਨਾਲ ਜੱਜ ਰਹੀਮ ਬਖਸ਼ ਨੂੰ ਵੀ ਅੱਲਾਹ ਪਾਕ ਦਾ ਸੱਚਾ ਸੇਵਕ ਤੇ ਭਗਤ ਬਣਾ ਗਈ। ਦੇਸ਼ਾ ਰਟਨ ਮੁਕੇਰੀਆਂ ਅਸਥਾਨ ਆਬਾਦ ਹੋਣ ਵਿੱਚ ਜੋ ਵੱਡੀ ਰੁਕਾਵਟ ਸੀ, ਉਸ ਨੂੰ ਸੰਤ ਮਹਾਰਾਜ ਨੇ ਦੂਰ ਕਰਨਾ। ਸੰਤ ਮਹਾਰਾਜ ਜੀ ਸੰਤ ਹਰੀ ਸਿੰਘ ਜੀ ਦਾ ਅਟੱਲਗੜ੍ਹ ਤੇ ਖੰਡਰਾਤ ਕਿਲੇ ਪਰ ਆਸਣ ਲਗਵਾ ਕੇ ਇੱਥੋਂ ਦੀਆਂ ਸੰਗਤਾਂ ਨੂੰ ਨਿਹਾਲ ਕਰਕੇ ਦੇਸ਼ ਦੇ ਦੌਰੇ ਤੇ ਚੱਲੇ ਤਾਂ ਪਹਿਲਾਂ ਧਰਮਸ਼ਾਲਾ ਗਏ। ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।
ਇਸ ਦੌਰੇ ਵਿੱਚ ਸਰਦਾਰ ਗੁਰਕਿਰਪਾਲ ਸਿੰਘ ਬਰਗੇਡੀਅਰ ਹਜੂਰ ਦੇ ਚਰਨਾਂ ਵਿੱਚ ਆਇਆ ਤੇ ਸੰਤਾਂ ਦਾ ਸੇਵਕ ਬਣਿਆ। ਹਰ ਸਾਲ ਹਜੂਰ ਦੀਵਾਲੀ ਤੇ ਅੰਮ੍ਰਿਤਸਰ ਸਾਹਿਬ ਜਾਇਆ ਕਰਦੇ ਸਨ। ਇੱਥੋਂ ਦੇ ਲੋਕਾਂ ਨੂੰ ਸਿੱਖੀ ਮਾਰਗ ਵਿੱਚ ਲਾਉਂਦੇ ਸਨ। ਸੰਗਤਾਂ ਬਹੁਤ ਦਰਸ਼ਨਾਂ ਨੂੰ ਆਉਂਦੀਆਂ। ਅੰਮ੍ਰਿਤ ਵੇਲੇ ਤੇ ਸ਼ਾਮ ਦਾ ਦੀਵਾਨ ਸੱਜਦਾ। ਅੰਮ੍ਰਿਤ ਛਕ ਕੇ ਸੰਗਤਾਂ ਗੁਰੂ ਵਾਲੀਆਂ ਬਣਦੀਆਂ। ਦੀਵਾਲੀ ਤੋਂ ਉਪਰੰਤ ਮਾਝੇ ਦੇ ਪਿੰਡਾਂ ਦਾ ਦੌਰਾ ਵੀ ਕਰਦੇ। ਪਿੰਡ ਬਾਹਮਣੀ ਵਾਲਾ, ਪਿੰਡ ਸਿੰਘਪੁਰਾ, ਪਿੰਡ ਨਸ਼ਹਿਰਾ ਪਨੂਆ, ਪਿੰਡ ਬੁਰਜ ਪੱਟੀ ਅਤੇ ਚੋਲਾ ਸਾਹਿਬ ਆਦਿ ਪਿੰਡਾਂ ਵਿੱਚ ਸਾਰੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਸਾਰਿਆਂ ਨੂੰ ਨਸ਼ਿਆਂ ਤੋਂ ਹਟਾਉਂਦੇ। ਕਿਉਂਕਿ ਸੰਤਾਂ ਨੇ ਨਿਯਮ ਬਣਾ ਰੱਖਿਆ ਸੀ ਕਿ ਜਿਹੜਾ ਸ਼ਰਾਬ ਮਾਸ ਵਰਤਦਾ ਹੈ ਉਹਦੇ ਘਰ ਦਾ ਅੰਨ ਜਲ ਨਹੀਂ ਸੀ ਛਕਦੇ। ਇਸ ਕਰਕੇ ਸੰਗਤਾਂ ਆਪ ਹੀ ਤਿਆਗ ਕਰਕੇ ਸੰਤ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ। ਇਸ ਮਾਝੇ ਦੇ ਦੌਰੇ ਤੋਂ ਬਾਅਦ ਆਪ ਗਰੀਬ ਨਵਾਜ਼ ਯੂਪੀ, ਬਿਹਾਰ, ਤਖਤ ਪਟਨਾ ਸਾਹਿਬ ਤੇ ਟਾਟਾ, ਰਾਂਚੀ, ਜਗਰਨਾਥਪੁਰੀ, ਬਿਦਰ, ਸੱਚਖੰਡ, ਸ੍ਰੀ ਹਜੂਰ ਸਾਹਿਬ, ਨਾਨਕ ਝੀਰਾ, ਪੂਨਾ ਤੇ ਨਾਸਕ ਆਦਿਕ ਦਾ ਦੌਰਾ ਕਰਕੇ ਭੁੱਲੇ ਪੁਰਸ਼ਾਂ ਨੂੰ ਸਿੱਖੀ ਨਾਲ ਜੋੜ ਕੇ ਫੇਰ ਮੁੜ ਸੰਤਗੜ੍ਹ ਡੇਰੇ ਹਰਖੋਵਾਲ ਆ ਗਏ। ਕੁਝ ਦਿਨ ਡੇਰੇ ਵਿੱਚ ਰਹਿ ਕੇ ਹਜੂਰ ਮਕੇਰੀਆਂ ਗਏ, ਜਿੱਥੇ ਸਰਦਾਰ ਜੋਗਿੰਦਰ ਸਿੰਘ ਸਹਿਤ ਪਰਿਵਾਰ ਸੰਤ ਮਹਾਰਾਜ ਦਰਸ਼ਨਾਂ ਨੂੰ ਆਏ। ਨਿਮਰਤਾ ਸਹਿਤ ਨਮਸਕਾਰ ਕੀਤੀ। ਜੋਗਿੰਦਰ ਸਿੰਘ ਸੰਤ ਮਹਾਰਾਜ ਦੇ ਪ੍ਰੇਮ ਭਰੇ ਵਚਨ ਸੁਣਦਾ ਰਿਹਾ। ਸੰਤ ਹਰੀ ਸਿੰਘ ਜੀ ਨੇ ਵੀ ਬੜੀ ਸ਼ਰਧਾ ਤੇ ਪਿਆਰ ਨਾਲ ਸੰਤ ਮਹਾਰਾਜ ਨਮਸਕਾਰ ਕੀਤੀ। ਸੰਤ ਮਹਾਰਾਜ ਜੀ ਨੇ ਸੰਤ ਹਰੀ ਸਿੰਘ ਤੋਂ ਪੁੱਛਿਆ ਕਿ ਸੰਤ ਜੀ, ਇੱਥੇ ਤੁਹਾਨੂੰ ਕੋਈ ਕਮੀ ਤੇ ਔਕੜ ਤਾਂ ਨਹੀਂ? ਜੇ ਹੈ ਤਾਂ ਸਾਨੂੰ ਦੱਸੋ, ਅਸੀਂ ਤੁਹਾਡੀ ਕਮੀ ਪੂਰੀ ਕਰ ਦਿੰਦੇ ਹਾਂ। ਸੰਤ ਹਰੀ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਜੀ, ਆਪ ਜੀ ਦੀ ਕਿਰਪਾ ਦੁਆਰਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਹਾਂ, ਇੱਕ ਬਹੁਤ ਵੱਡੀ ਔਕੜ ਹੈ ਜੋ ਇਸ ਜਗ੍ਹਾ ਦੇ ਆਬਾਦ ਕਰਨ ਵਿੱਚ ਰੁਕਾਵਟ ਹੈ। ਸੋ ਰੁਕਾਵਟ ਅਸੀਂ ਦੂਰ ਨਹੀਂ ਕਰ ਸਕਦੇ। ਕਈ ਵਾਰੀ ਰੁਕਾਵਟ ਨੂੰ ਦੇਖ ਕੇ ਸਾਡਾ ਮਨ ਉਦਾਸ ਹੋ ਜਾਂਦਾ ਹੈ, ਪਰ ਹੱਠ ਨਾਲ ਆਪ ਜੀ ਦੇ ਆਉਣ ਤੱਕ ਟਿਕਿਆ ਹਾਂ। ਹਜੂਰ ਨੇ ਪੁੱਛਿਆ, ਕਿਹੜੀ ਐਸੀ ਰੁਕਾਵਟ ਹੈ ਜਿਹੜੀ ਤੇਰੇ ਮਨ ਨੂੰ ਉਦਾਸ ਕਰ ਦਿੰਦੀ ਹੈ? ਸੰਤ ਹਰੀ ਸਿੰਘ ਨੇ ਕਿਹਾ, ਗਰੀਬ ਨਵਾਜ਼ ਜੀਓ, ਇਹ ਜੋ ਦੋ ਕਬਰਾਂ ਹਨ, ਇਹ ਦੋਨੋਂ ਕਬਰਾਂ ਵਾਲੇ ਤੰਗ ਕਰਦੇ ਹਨ। ਸੰਤ ਮਹਾਰਾਜ ਜੀ ਨੇ ਸੰਤ ਹਰੀ ਸਿੰਘ ਜੀ ਦੀ ਬੇਨਤੀ ਸੁਣ ਕੇ ਆਪ ਹਜੂਰ ਉਸ ਕਬਰਾਂ ਵੱਲ ਚੱਲ ਪਏ। ਆਪਣੀ ਨਿਗਰਾਨੀ ਵਿੱਚ ਦੋਨੋਂ ਕਬਰਾਂ ਢਵਾ ਦਿੱਤੀਆਂ। ਉਹਨਾਂ ਕਬਰਾਂ ਵਿਚਲੀਆਂ ਹੱਡੀਆਂ ਕੱਢ ਕੇ ਕਿਸੇ ਹੋਰ ਜਗ੍ਹਾ ਦਬਾ ਦਿੱਤੀਆਂ। ਉਸ ਜਗ੍ਹਾ ਪਰ ਹਜੂਰ ਨੇ ਇੱਕ ਤੰਬੂ ਲਗਵਾ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਵਿਧੀ ਪੂਰਵਕ ਪ੍ਰਾਰੰਭ ਕਰਵਾ ਦਿੱਤਾ। ਨਾਰੀਅਲ ਤੇ ਕੁੰਭ ਦਾ ਘੜਾ ਵੀ ਰੱਖਿਆ। ਗਊ ਦੇ ਘਿਓ ਦੀ ਜੋਤ ਵੀ ਜਗਾਈ। ਇੱਕ ਧੂਫ ਦਾ ਹਵਨ ਕਰਨ ਵਾਲਾ ਤਿਆਰ ਬਰ ਤਿਆਰ ਸਿੰਘ ਸੇਵਾ ਵਿੱਚ ਲੈ ਲਿਆ। ਸੰਤ ਮਹਿੰਦਰ ਸਿੰਘ ਜੀ ਨੂੰ ਪਾਠ ਕਰਨ ਦਾ ਹੁਕਮ ਕੀਤਾ। ਆਪ ਗਰੀਨਵਾਜ ਪਾਠ ਦੇ ਸਰੋਤੇ ਬਣੇ। ਸਾਰੇ ਦਿਨ ਵਿੱਚ ਜਿਤਨਾ ਪਾਠ ਹਜੂਰ ਨੇ ਸੁਣਨਾ ਸੀ ਸੁਣਿਆ, ਫਿਰ ਪ੍ਰਸ਼ਾਦ ਪਾਣੀ ਛਕ ਕੇ ਆਰਾਮ ਕੀਤਾ। ਸੰਤ ਮਹਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖ ਆਸਣ ਕਰਕੇ ਸਮਾਪਤੀ ਕੀਤੀ। ਹੋਰ ਸੰਗਤਾਂ ਨੂੰ ਆਪਣੇ ਕੋਲ ਆਉਣ ਤੋਂ ਬੰਦ ਕਰ ਦਿੱਤਾ। ਪਾਠੀ ਦੇ ਨਾਲ ਕੋਈ ਸਿੰਘ ਗੱਲਾਂ ਕਰੇ ਤਾਂ ਸੰਤ ਮਹਾਰਾਜ ਨੇ ਰੋਕ ਦਿੱਤਾ। ਆਪ ਆਪਣੇ ਨਿਤਨੇਮ ਸਿਮਰਨ ਤੇ ਇਕਾਗਰਤਾ ਵਿੱਚ ਰਹਿੰਦੇ ਸਨ। ਅੱਜ ਰਾਤ ਆਈ ਰਹਿਰਾਸ ਪੜ੍ਹੀ, ਗੁਰੂ ਕੀ ਹਜ਼ੂਰੀ ਵਿੱਚ ਆਰਤੀ ਕੀਤੀ ਤੇ ਥੋੜਾ ਜਿਹਾ ਕੀਰਤਨ ਵੀ ਹੋਇਆ। ਰਾਤ ਦੇ ਤਕਰੀਬਨ 11 ਕੁ ਵਜੇ ਹੋਣਗੇ। ਸੋ ਕਬਰਾਂ ਵਾਲੇ ਵੀ ਆ ਗਏ, ਲੱਗੇ ਖੌਰੂ ਪਾਉਣ ਤੇ ਸੰਗਤਾਂ ਨੂੰ ਡਰਾਉਣ। ਸੰਤਾਂ ਨੂੰ ਬੜੇ ਗੁੱਸੇ ਵਿੱਚ ਕਿਹਾ, ਸਾਡੀ ਜਗ੍ਹਾ ਤੁਸੀਂ ਪੁੱਟ ਕੇ ਖਰਾਬ ਕਰ ਦਿੱਤੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਕਲਾਮ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ ਕਰਕੇ ਅਸੀਂ ਇੱਥੇ ਤੁਹਾਨੂੰ ਨਹੀਂ ਰਹਿਣ ਦਿਆਂਗੇ। ਜੇ ਤੁਸੀਂ ਜਗ੍ਹਾ ਨਾ ਛੱਡੋਗੇ ਤਾਂ ਅਸੀਂ ਤੁਹਾਨੂੰ ਡਰਾ ਕੇ ਮਾਰ ਦਿਆਂਗੇ। ਸੰਤਾਂ ਨੇ ਇਹਨਾਂ ਦੋਹਾਂ ਰੂਹਾਂ ਨੂੰ ਕਿਹਾ ਕਿ ਤੁਸੀਂ ਇੱਥੇ ਚਲੇ ਜਾਓ। ਇਹ ਕਿਲ੍ਹਾ ਸਾਡੀ ਜਗ੍ਹਾ ਸੀ, ਅਸੀਂ ਆ ਕੇ ਸਾਂਭ ਲਈ। ਹੁਣ ਤੁਹਾਡਾ ਇੱਥੇ ਕੋਈ ਕੰਮ ਨਹੀਂ। ਮੁਸਲਮਾਨੀ ਰੂਹਾਂ ਬੋਲੀਆਂ, ਅਸੀਂ ਕਿੱਧਰ ਜਾਈਏ? ਅਸੀਂ ਬੜੀ ਦੇਰ ਦੇ ਰਹਿੰਦੇ ਹਾਂ, ਅਸੀਂ ਆਪਣੀ ਜਗ੍ਹਾ ਨਹੀਂ ਛੱਡਣੀ। ਸੰਤ ਮਹਾਰਾਜ ਜੀ ਕਹਿਣ ਲੱਗੇ, ਤੁਹਾਡੇ ਲੋਕਾਂ ਦਾ ਪਾਕਿਸਤਾਨ ਬਣ ਗਿਆ, ਤੁਸੀਂ ਪਾਕਿਸਤਾਨ ਚਲੇ ਜਾਓ। ਹੁਣ ਉਹ ਦੋਨੋਂ ਰੂਹਾਂ ਬੜੇ ਗੁੱਸੇ ਵਿੱਚ ਆਈਆਂ ਤੇ ਲੱਗੀਆਂ ਖਰਾਬੀ ਕਰਨ। ਆਪਣੀ
ਆਦਤ ਅਨੁਸਾਰ ਕਈ ਕੁਝ ਭਿਆਨਕਤਾ ਦਿਖਾਈ। ਜਦੋਂ ਇਹ ਰੂਹਾਂ ਆਪਣੀ ਆਦਤ ਤੋਂ ਹਟੀਆਂ ਨਾ ਤਾਂ ਸੰਤ ਮਹਾਰਾਜ ਜੀ ਵੀ ਆਪਣੀ ਰੂਹਾਨੀਅਤ ਤੇ ਆ ਗਏ। ਜਿਸ ਤਰ੍ਹਾਂ ਦੋ ਰੂਹਾਂ ਸੂਖਮ ਸੀ ਕਰਕੇ ਸਨ, ਸੰਤ ਮਹਾਰਾਜ ਜੀ ਵੀ ਆਪਣੀ ਸਮਾਧੀ ਦੁਆਰਾ ਆਪਣਾ ਸੂਖਮ ਸਰੀਰ ਨਾਲੋਂ ਜੁਦਾ ਕਰਕੇ ਆਪਣੀ ਸ਼ਕਤੀ ਰਾਹੀਂ ਬਿਰਤੀ ਦਾ ਸੋਟਾ ਲੈ ਕੇ ਇਹਨਾਂ ਦੇ ਮਗਰ ਹੋ ਗਏ। ਇਹ ਮੁਸਲਮਾਨੀ ਰੂਹਾਂ ਸੰਤਾਂ ਦੇ ਅੱਗੇ ਅੱਗੇ, ਸੰਤ ਮਹਾਰਾਜ ਜੀ ਡੰਡਾ ਲੈ ਕੇ ਇਹਨਾਂ ਦੇ ਪਿੱਛੇ ਪਿੱਛੇ ਲੱਗ ਗਏ। ਇਹਨਾਂ ਨੂੰ ਰਾਵੀ ਤੋਂ ਪਾਰ ਕਰਕੇ ਮੁੜਾਏ। ਇਹਨਾਂ ਨੂੰ ਹੁਕਮ ਕਰਕੇ ਕਿਹਾ ਕਿ ਜੇ ਤੁਸੀਂ ਫੇਰ ਸਾਡੇ ਵੱਲ ਮੁੜੋਗੇ ਤਾਂ ਤੁਹਾਨੂੰ ਬਹੁਤ ਦੁੱਖ ਦਿੱਤਾ ਜਾਵੇਗਾ। ਇਹਨਾਂ ਨੇ ਸੰਤਾਂ ਅੱਗੇ ਵੀ ਪ੍ਰਣ ਕੀਤਾ ਕਿ ਅਸੀਂ ਅੱਜ ਤੋਂ ਕਦੀ ਰਾਵੀ ਪਾਰ ਹੋ ਕੇ ਪੰਜਾਬ ਵਿੱਚ ਨਹੀਂ ਆਵਾਂਗੇ। ਅੰਮ੍ਰਿਤ ਵੇਲਾ ਹੋ ਗਿਆ। ਸੰਤਾਂ ਦੇ ਸਮੇਤ ਸਾਰਿਆਂ ਨੇ ਸੋਚ ਇਸ਼ਨਾਨ ਕੀਤਾ। ਸੰਤ ਮਹਾਰਾਜ ਆਪਣੇ ਸਰੂਪ ਵਿੱਚ ਸਮਾਧੀ ਸਥਿਤ ਹੋ ਗਏ। ਦਿਨ ਚੜ੍ਹਿਆ ਤੇ ਸਾਰਿਆਂ ਨੇ ਅੰਮ੍ਰਿਤ ਵੇਲੇ ਦਾ ਜਲ ਪਾਣੀ ਛਕਿਆ। ਸੰਤ ਮਹਾਰਾਜ ਜੀ ਆਪਣੇ ਨਿਯਮ ਅਨੁਸਾਰ ਸੰਤ ਮਹਿੰਦਰ ਸਿੰਘ ਜੀ ਤੋਂ ਪਾਠ ਸੁਣਨ ਲੱਗ ਪਏ, ਜਿਤਨਾ ਰੋਜ਼ ਦਾ ਨਿਯਮ ਸੀ। ਉਸ ਤੋਂ ਉਪਰੰਤ ਦੁਪਹਿਰ ਦਾ ਲੰਗਰ ਵਰਤਣਾ ਸ਼ੁਰੂ ਹੋਇਆ। ਸੰਤਾਂ ਨੇ ਵੀ ਪਾਠ ਦੀ ਸਮਾਪਤੀ ਕਰਕੇ ਪ੍ਰਸ਼ਾਦ ਪਾਣੀ ਛਕਿਆ, ਫਿਰ ਆਪਣੇ ਪਲੰਘ ਪਰ ਆ ਬਰਾਜੇ। ਦੁਪਹਿਰ ਦੇ 2 ਵਜੇ ਸਨ। ਸੰਤਾਂ ਨੇ ਉੱਠ ਕੇ 5 ਇਸ਼ਨਾਨਾ ਕੀਤਾ। ਤਕਰੀਬਨ ਜਦੋਂ 3 ਵਜੇ ਤਾਂ ਸੰਤ ਜੀ ਇੱਕ ਪਿੱਪਲ ਦੀ ਛਾਇਆ ਹੇਠ ਪਲੰਘ ਪਰ ਬੈਠ ਗਏ। ਫਿਰ ਸਾਰੀਆਂ ਸੰਗਤਾਂ ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਗਈਆਂ। ਸਾਰੀਆਂ ਸੰਗਤਾਂ ਨੇ ਆਪਣੀਆਂ ਅਰਜ਼ਾਂ ਸੰਤ ਮਹਾਰਾਜ ਚਰਨਾਂ ਵਿੱਚ ਕੀਤੀਆਂ। ਸੰਤ ਮਹਾਰਾਜ ਨੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਫਿਰ ਸੰਤ ਮਹਾਰਾਜ ਨੇ ਹਰੀ ਸਿੰਘ ਨੂੰ ਸੰਬੋਧਨ ਕਰਕੇ ਕਿਹਾ ਕਿ ਹਰੀ ਸਿੰਘ ਜੀ, ਜੋ ਇਸ ਅਸਥਾਨ ਨੂੰ ਆਬਾਦ ਕਰਨ ਵਿੱਚ ਔਂਕੜ ਪਾਉਣ ਵਾਲੀਆਂ ਰੂਹਾਂ ਸੀ, ਅਸੀਂ ਉਹਨਾਂ ਨੂੰ ਰਾਤੀ ਪਾਕਿਸਤਾਨ ਛੱਡ ਆਏ ਹਾਂ। ਹੁਣ ਕਦੇ ਵੀ ਉਹ ਪੰਜਾਬ ਨਹੀਂ ਆਉਣਗੀਆਂ। ਨਾ ਕੋਈ ਇਸ ਅਸਥਾਨ ਦੀ ਆਬਾਦੀ ਵਿੱਚ ਰੁਕਾਵਟ ਪਵੇਗੀ। ਹੁਣ ਤੁਸੀਂ ਬੇਖੌਫ ਹੋ ਕੇ ਇਸ ਅਸਥਾਨ ਦੀ ਸੇਵਾ ਕਰਾਓ ਤੇ ਗੁਰਮਤਿ ਦਾ ਪ੍ਰਚਾਰ ਕਰੋ। ਸੰਤ ਮਹਾਰਾਜ ਨੇ 1.25 ਮਹੀਨੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਦਾ ਭੋਗ ਪਾਇਆ। ਹੁਮ ਹਮਾ ਕੇ ਸੰਗਤਾਂ ਦੇ ਇਕੱਠ ਹੋਏ ਬੜਾ ਭਾਰੀ ਜਗ ਕੀਤਾ। ਸੰਤ ਮਹਾਰਾਜ ਜੀ ਇੱਥੋਂ ਫਿਰ ਜੋਗਿੰਦਰ ਨਗਰ ਤੇ ਧਰਮਸ਼ਾਲਾ ਵੱਲ ਚਲੇ ਗਏ। ਜਥਾ ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਬੇਤਾ।